ਹਾਂਜੀ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ 9ਵੀਂ ਜਮਾਤ ਦਾ ਪਾਠ ਨੰਬਰ 10 ਸਾਇੰਸ ਵਿਸ਼ੇ ਦਾ ਪਾਠ ਨੰਬਰ 10 ਗੁਰੂਤਾ ਆਕਰਸ਼ਣ। ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ ਨੰਬਰ 1 ਹੈਗਾ ਸਾਡੇ ਕੋਲ, ਗੁਰੂਤਾ ਆਕਰਸ਼ਣ ਦਾ ਸਰਬ ਵਿਆਪੀ ਨਿਯਮ ਲਿਖੋ। ਉੱਤਰ, ਬ੍ਰਹਿਮੰਡ ਵਿੱਚ ਪੁੰਜ ਰੱਖਣ ਵਾਲੀਆਂ ਹਰ ਦੋ ਵਸਤੂਆਂ ਇੱਕ ਦੂਜੇ ਨੂੰ ਖਿੱਚਦੀਆਂ ਹਨ। ਇਹ ਖਿੱਚ ਬਲ ਦੋਵਾਂ ਵਸਤੂਆਂ ਦੇ ਪੁੰਜਾਂ ਦੇ ਦੋ ਗੁਣਨਫਲ ਦੇ ਸਿੱਧਾ ਅਨੁਪਾਤੀ ਅਤੇ ਦੋਵਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। F ਬਰਾਬਰ Gm1 m2 ਬਟੇ r ਦਾ ਸਕੇਅਰ। G ਨੂੰ ਵਿਸ਼ਵ ਵਿਆਪੀ ਸਥਿਰ ਅੰਕ ਕਹਿੰਦੇ ਹਨ। ਇਸ ਦੀ ਕੀਮਤ ਹਮੇਸ਼ਾ 6.67 ਅਤੇ 10 ਦੀ ਪਾਵਰ -11 Nm ਦੀ ਪਾਵਰ 2 kg G ਦੀ ਪਾਵਰ -2 ਹੁੰਦੀ ਹੈ। ਬੱਚਿਓ, ਇਸ ਦੇ ਵਿੱਚ ਇੱਕ ਚੀਜ਼ ਸਮਝਾਉਣੀ ਹੈ ਤੁਹਾਨੂੰ। ਜਿੱਥੇ ਵੀ ਜਿਸ ਤਰ੍ਹਾਂ ਇੱਥੇ ਅਸੀਂ ਇਹ ਵਾਲੀ ਚੀਜ਼ ਲਿਖੀ ਹੈ ਇਹ ਜਗ੍ਹਾ 'ਤੇ, ਠੀਕ ਹੈ, ਇੱਥੇ ਅਸੀਂ ਇਹ ਵਾਲੀ ਜਗ੍ਹਾ ਇਸ ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇਗਾ 10 ਦੀ ਪਾਵਰ -11, ਠੀਕ ਹੈ, ਇਸ ਦੀ ਪਾਵਰ ਦੇ ਵਿੱਚ ਆਵੇਗਾ। ਅਤੇ ਜਿਸ ਤਰ੍ਹਾਂ ਆਹ ਲਿਖਿਆ ਗਿਆ ਇਸ ਨੂੰ ਪੜ੍ਹਿਆ ਜਾਵੇਗਾ G ਦੀ ਪਾਵਰ -2, ਠੀਕ ਹੈ, ਅਤੇ ਇਸ ਚੀਜ਼ ਨੂੰ ਲਿਖਿਆ ਜਾਵੇ ਇਸ ਤਰ੍ਹਾਂ ਬੋਲਿਆ ਜਾਵੇਗਾ R ਦੀ ਪਾਵਰ 2 ਇਸ ਨੂੰ, ਠੀਕ ਹੈ। ਇਸ ਤੋਂ ਬਾਅਦ ਆਪਾਂ ਪ੍ਰਸ਼ਨ ਨੰਬਰ 2 ਵੱਲ ਚੱਲਦੇ ਹਾਂ। ਧਰਤੀ ਅਤੇ ਉਸ ਦੀ ਸਤਹਿ 'ਤੇ ਰੱਖੀ ਹੋਈ ਵਸਤੂ ਦੇ ਵਿਚਕਾਰ ਲੱਗਣ ਵਾਲੇ ਗੁਰੂਤਾ ਆਕਰਸ਼ਣ ਬਲ ਦੇ ਪਰਿਮਾਣ ਦਾ ਸੂਤਰ ਲਿਖੋ। ਠੀਕ ਹੈ, ਇਹਦਾ ਸੂਤਰ ਕੀ ਹੈ? ਇਹ ਵਾਲਾ F ਬਰਾਬਰ Gem R ਦੀ ਸਕੇਅਰ। Gm ਇਸ ਦੇ ਇੱਥੇ ਲਿਖੀ ਜਾਏਗੀ, ਠੀਕ ਹੈ, M ਤੇ ਬਟੇ ਆ ਜੂਗਾ ਇਹਦੇ R ਦਾ ਸਕੇਅਰ। ਇੱਥੇ ਲਿਖਿਆ ਜਾਵੇਗਾ R ਦਾ ਸਕੇਅਰ, ਠੀਕ ਹੈ। ਇਹ ਵਾਲਾ ਇਸ ਦਾ ਸੂਤਰ ਹੈਗਾ। ਪ੍ਰਸ਼ਨ ਨੰਬਰ 3, ਸੁਤੰਤਰ ਡਿੱਗਣ ਦਾ ਕੀ ਅਰਥ ਹੈ? ਇਹਦਾ ਅਰਥ ਕੀ ਹੈ? ਸਿਰਫ ਧਰਤੀ ਦੇ ਖਿੱਚ ਬਲ ਅਧੀਨ ਧਰਤੀ ਵੱਲ ਡਿੱਗ ਰਹੀ ਵਸਤੂ ਨੂੰ ਸੁਤੰਤਰ ਡਿੱਗਣਾ ਕਹਿੰਦੇ ਹਨ। ਪ੍ਰਸ਼ਨ ਨੰਬਰ 4, ਗੁਰੂਤਾ ਪ੍ਰਵੇਗ G ਤੋਂ ਤੁਸੀਂ ਕੀ ਸਮਝਦੇ ਹੋ? ਮਤਲਬ G ਹੈ ਜਿਹੜੀ ਉਸਨੂੰ ਗੁਰੂਤਾ ਪ੍ਰਵੇਗ ਕਹਿੰਦੇ ਹਨ। ਉੱਤਰ, ਧਰਤੀ ਵੱਲ ਸੁਤੰਤਰ ਡਿੱਗ ਰਹੀ ਵਸਤੂ ਦੇ ਪਰਿਵੇਗ ਨੂੰ ਗੁਰੂਤਾ ਪ੍ਰਵੇਗ ਕਹਿੰਦੇ ਹਨ। ਧਰਤੀ ਨੇੜੇ ਇਸ ਦੀ ਕੀਮਤ G ਬਰਾਬਰ 9.8 ਮੀਟਰ ਪ੍ਰਤੀ ਸੈਕਿੰਡ ਦੀ ਸਕੇਅਰ ਹੈ। ਪ੍ਰਸ਼ਨ ਨੰਬਰ 5, ਧਰਤੀ ਦੇ ਪੁੰਜ ਅਤੇ ਭਾਰ ਵਿੱਚ ਕੀ ਅੰਤਰ ਹੈ? ਪੁੰਜ ਕਿਸੇ ਵਸਤੂ ਵਿੱਚ ਮੌਜੂਦ ਪਦਾਰਥ ਦੀ ਮਾਤਰਾ ਨੂੰ ਪੁੰਜ ਕਹਿੰਦੇ ਹਨ। ਕਿਸੇ ਵਸਤੂ ਉੱਤੇ ਧਰਤੀ ਜਾਂ ਕੋਈ ਹੋਰ ਗ੍ਰਹਿ ਆਦਿ ਦੁਆਰਾ ਲੱਗ ਰਹੇ ਬਲ ਨੂੰ ਭਾਰ ਕਹਿੰਦੇ ਹਨ। ਨੰਬਰ 2, ਇਸ ਦੀ ਕੀਮਤ ਸਾਰੇ ਕਿਤੇ ਇੱਕੋ ਜਿਹੀ ਹੁੰਦੀ ਹੈ। ਇਸ ਦੀ ਕੀਮਤ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਹੁੰਦੀ ਹੈ। ਨੰਬਰ 3, ਇਹ ਸਕੇਲਰ ਆਦਿਸ਼ ਰਾਸ਼ੀ ਹੈ। ਇਹ ਵੈਕਟਰ ਸਦਿਸ਼ ਰਾਸ਼ੀ ਹੈ। ਇਸ ਦੀ SI ਇਕਾਈ ਕਿਲੋਗ੍ਰਾਮ ਹੈ। ਇਸ ਦੀ SI ਇਕਾਈ ਨਿਊਟਨ ਹੈ। ਤਾਂ ਬੱਚੇ, ਜਿਹੜਾ ਪੁੰਜ ਹੈ ਅਤੇ ਭਾਰ ਹੈ, ਇਸ ਦੇ ਵਿੱਚ ਤੁਹਾਨੂੰ ਅਸੀਂ ਫਰਕ ਸਿੱਧੇ ਤਰੀਕੇ ਨਾਲ ਸਮਝਾ ਦਿੰਦੇ ਹਾਂ, ਠੀਕ ਹੈ। ਭਾਰ ਤੁਹਾਡਾ ਵੱਖ-ਵੱਖ ਹੋਵੇਗਾ। ਜੇ ਤੁਸੀਂ ਧਰਤੀ 'ਤੇ ਦੇਖੋਗੇ, ਠੀਕ ਹੈ, ਇਹ ਤੁਹਾਡਾ ਅਲੱਗ ਹੋਵੇਗਾ। ਜੇ ਮਤਲਬ ਤੁਹਾਡੇ ਵਿੱਚ ਹੁਣ ਧਰਤੀ ਦੇ ਉੱਤੇ 30 ਕਿਲੋਗ੍ਰਾਮ ਭਾਰ ਹੈ, ਠੀਕ ਹੈ, 30 ਕਿਲੋਗ੍ਰਾਮ ਭਾਰ ਹੈ। ਅਤੇ ਇਸ ਤੋਂ ਬਾਅਦ ਜੇ ਤੁਸੀਂ ਚੰਦਰਮਾ 'ਤੇ ਦੇਖੋਗੇ, ਚੰਨ 'ਤੇ, ਠੀਕ ਹੈ, ਇਹ ਸ਼ਾਇਦ ਵੱਧ ਜੇ ਜਾਂ ਘੱਟ ਜੇ, ਉਹ ਅਲੱਗ ਤਰੀਕੇ ਨਾਲ ਹੁੰਦਾ। ਤਾਂ ਤੁਹਾਡੇ ਵਿੱਚ ਉੱਥੇ 40 ਹੋ ਸਕਦਾ ਹੈ, ਠੀਕ ਹੈ, ਸ਼ਾਇਦ ਉੱਥੇ 20 ਰਹਿ ਜੇ। ਤਾਂ ਇਹ ਅਲੱਗ-ਅਲੱਗ ਚੀਜ਼ਾਂ ਨੇ। ਤਾਂ ਇਹਦਾ ਕੀ ਮਤਲਬ ਹੋ ਗਿਆ? ਇਹ ਹੈਗਾ ਤੁਹਾਡਾ ਭਾਰ, ਇਹ ਵੱਧ ਘੱਟ ਹੋ ਜਾਏਗਾ। ਪਰ ਪੁੰਜ ਤੁਹਾਡਾ ਸੇਮ ਹੈ। ਜਿੰਨਾ ਤੁਹਾਡੇ ਵਿੱਚ ਪੁੰਜ ਹੈ ਉਹ ਨਾ ਹੀ ਰਹੇਗਾ। ਮਤਲਬ ਉਹ ਪੁੰਜ ਹੁੰਦਾ ਜਿਹੜਾ ਤੁਹਾਡਾ ਅਸਲੀ ਹੁੰਦਾ। ਭਾਰ ਅਲੱਗ-ਅਲੱਗ ਗ੍ਰਹਿ 'ਤੇ ਜਾਣ ਨਾਲ ਬਦਲ ਜਾਂਦਾ, ਠੀਕ ਹੈ। ਮਤਲਬ ਜਿਹੜਾ ਤੁਹਾਡਾ ਅਸਲੀ ਪੁੰਜ ਹੁੰਦਾ ਉਹ ਤੁਹਾਡਾ ਸੇਮ ਰਹੇਗਾ। ਅਤੇ ਇਸ ਤੋਂ ਆਪਾਂ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਪ੍ਰਸ਼ਨ ਨੰਬਰ 6 'ਤੇ, ਕਿਸੇ ਵਸਤੂ ਦਾ ਚੰਨ 'ਤੇ ਭਾਰ ਧਰਤੀ 'ਤੇ ਉਸਦੇ ਭਾਰ ਦਾ 1/6 ਗੁਣਾ ਕਿਉਂ ਹੁੰਦਾ ਹੈ? ਉੱਤਰ, ਕਿਉਂਕਿ ਚੰਨ ਦਾ ਆਕਾਰ ਛੋਟਾ ਹੋਣ ਕਰਕੇ ਚੰਨ 'ਤੇ ਗੁਰੂਤਾ ਪ੍ਰਵੇਗ ਧਰਤੀ ਨਾਲੋਂ 6ਵਾਂ ਹਿੱਸਾ ਹੁੰਦਾ ਹੈ। ਭਾਰ ਬਰਾਬਰ W ਬਰਾਬਰ mg। ਅਤੇ ਜਿਹੜਾ W ਹੈ ਇਹਦਾ ਮਤਲਬ ਹੁੰਦਾ ਵੇਟ, ਠੀਕ ਹੈ। ਇਹ W ਭਾਰ ਦੇ ਲਈ ਵਰਤੀ ਗਈ ਹੈ, WEIGHT, ਠੀਕ ਹੈ। ਪ੍ਰਸ਼ਨ ਨੰਬਰ 7, ਇੱਕ ਪਤਲੀ ਅਤੇ ਮਜ਼ਬੂਤ ਡੋਰੀ ਨਾਲ ਬਣੇ ਪੱਟੇ ਦੀ ਮਦਦ ਨਾਲ ਸਕੂਲ ਬੈਗ ਨੂੰ ਚੁੱਕਣਾ ਔਖਾ ਕਿਉਂ ਹੁੰਦਾ ਹੈ?
ਉੱਤਰ ਕਿਉਂਕਿ ਪਤਲੀ ਡੋਰੀ ਦਾ ਖੇਤਰਫਲ ਘੱਟ ਹੋਣ ਕਰਕੇ ਇਸ ਦਾ ਸਾਡੇ ਮੋਢਿਆਂ ਉੱਤੇ ਦਬਾਅ ਵੱਧ ਹੁੰਦਾ ਹੈ। ਪ੍ਰਸ਼ਨ ਨੰਬਰ 8, ਉਛਾਲ ਬਲ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ ਕਿਸੇ ਦਰੱਬ ਦੁਆਰਾ ਕਿਸੇ ਵਸਤੂ ਦੇ ਉੱਪਰ ਵੱਲ ਨੂੰ ਲੱਗ ਰਹੇ ਬਲ ਨੂੰ ਉਛਾਲ ਬਲ ਕਹਿੰਦੇ ਹਨ। ਪ੍ਰਸ਼ਨ ਨੰਬਰ 9, ਧਰਤੀ ਦੀ ਸਤਹ ਤੇ ਰੱਖੀ ਹੋਈ ਕੋਈ ਵਸਤੂ ਕਿਉਂ ਤੈਰਦੀ ਜਾਂ ਡੁੱਬਦੀ ਹੈ? ਉੱਤਰ ਧਰਤੀ ਦੀ ਘਣਤਾ ਪਾਣੀ ਨਾਲੋਂ ਘੱਟ ਹੁੰਦੀ ਹੈ ਤਾਂ ਵਸਤੂ ਤੈਰਦੀ ਹੈ। ਜਦੋਂ ਇੱਥੇ ਗਲਤ ਪੜ੍ਹਿਆ ਗਿਆ, ਠੀਕ ਹੈ, ਇੱਥੇ ਆਊਗਾ ਵਸਤੂ। ਪਾਣੀ ਦੀ ਸਤਹ ਤੇ ਰੱਖੀ ਹੋਈ ਕੋਈ ਵਸਤੂ ਕਿਉਂ ਤੈਰਦੀ ਜਾਂ ਡੁੱਬਦੀ ਹੈ? ਉੱਤਰ ਜਦੋਂ ਵਸਤੂ ਦੀ ਘਣਤਾ ਪਾਣੀ ਨਾਲੋਂ ਘੱਟ ਹੁੰਦੀ ਹੈ ਤਾਂ ਵਸਤੂ ਤੈਰਦੀ ਹੈ ਕਿਉਂਕਿ ਉਛਾਲ ਬਲ ਗੁਰੂਤਾ ਬਲ ਨਾਲੋਂ ਵੱਧ ਹੁੰਦਾ ਹੈ। ਜਦੋਂ ਵਸਤੂ ਦੀ ਘਣਤਾ ਪਾਣੀ ਨਾਲੋਂ ਵੱਧ ਹੁੰਦੀ ਹੈ ਤਾਂ ਵਸਤੂ ਡੁੱਬਦੀ ਹੈ ਕਿਉਂਕਿ ਗੁਰੂਤਾ ਬਲ ਉਛਾਲ ਬਲ ਨਾਲੋਂ ਵੱਧ ਹੁੰਦਾ ਹੈ। ਜਦੋਂ ਵਸਤੂ ਦੀ ਘਣਤਾ ਪਾਣੀ ਨਾਲੋਂ ਵੱਧ ਹੁੰਦੀ ਹੈ ਤਾਂ ਵਸਤੂ ਡੁੱਬਦੀ ਹੈ ਕਿਉਂਕਿ ਗੁਰੂਤਾ ਬਲ ਉਛਾਲ ਬਲ ਨਾਲੋਂ ਵੱਧ ਹੁੰਦਾ ਹੈ। ਇਹ ਦੁਬਾਰਾ ਰਿਪੀਟ ਹੋ ਰਿਹਾ, ਮਤਲਬ ਇਹ ਸੇਮ ਚੀਜ਼ ਹੈ, ਤੁਸੀਂ ਸਮਝ ਲੈਣਾ, ਠੀਕ ਹੈ। ਪ੍ਰਸ਼ਨ ਨੰਬਰ 10, ਤੁਸੀਂ ਭਾਰ ਤੋਲਣ ਵਾਲੀ ਮਸ਼ੀਨ 'ਤੇ ਆਪਣਾ ਪੁੰਜ 42 kg ਦੇਖਦੇ ਹੋ, ਕਿ ਤੁਹਾਡਾ ਪੁੰਜ 42 kg ਤੋਂ ਵੱਧ ਜਾਂ ਘੱਟ ਹੈ? ਉੱਤਰ ਸਾਡਾ ਪੁੰਜ 42 kg ਤੋਂ ਥੋੜ੍ਹਾ ਜਿਹਾ ਵੱਧ ਹੋਵੇਗਾ ਕਿਉਂਕਿ ਸਾਡੇ ਉੱਤੇ ਲੱਗ ਰਹੇ ਹਵਾ ਦੇ ਉਛਾਲ ਬਲ ਕਾਰਨ ਮਸ਼ੀਨ ਥੋੜ੍ਹਾ ਜਿਹਾ ਘੱਟ ਤੋਲਦੀ ਹੈ। ਪ੍ਰਸ਼ਨ ਨੰਬਰ 11, ਤੁਹਾਡੇ ਕੋਲ ਇੱਕ ਰੂੰ ਦਾ ਬੋਰਾ ਹੈ ਅਤੇ ਇੱਕ ਲੋਹੇ ਦੀ ਛੜ। ਭਾਰ ਤੋਲਣ ਵਾਲੀ ਮਸ਼ੀਨ ਦੋਨਾਂ ਦਾ ਪੁੰਜ 100 kg ਦਰਸਾਉਂਦੀ ਹੈ, ਅਸਲ ਵਿੱਚ ਇੱਕ ਦੂਸਰੇ ਨਾਲੋਂ ਭਾਰਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਕਿਹੜਾ ਭਾਰਾ ਹੈ ਅਤੇ ਕਿਉਂ? ਉੱਤਰ ਅਸਲ ਵਿੱਚ ਰੂੰ ਦਾ ਬੋਰਾ ਭਾਰੀ ਹੋਵੇਗਾ ਕਿਉਂਕਿ ਰੂੰ ਦਾ ਆਇਤਨ ਵੱਧ ਹੋਣ ਕਰਕੇ ਉਸ 'ਤੇ ਹਵਾ ਦਾ ਉਛਾਲ ਬਲ ਲੋਹੇ ਨਾਲੋਂ ਵੱਧ ਹੁੰਦਾ ਹੈ ਅਤੇ ਮਸ਼ੀਨ ਘੱਟ ਰੂੰ ਦਾ ਭਾਰ ਘੱਟ ਤੋਲਦੀ ਹੈ। ਹੁਣ ਆਪਾਂ ਕਰਾਂਗੇ ਅਭਿਆਸ ਦੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਦੋ ਵਸਤੂਆਂ ਵਿਚਕਾਰ ਦੂਰੀ ਅੱਧੀ ਕਰ ਦਿੱਤੀ ਜਾਵੇ ਤਾਂ ਉਹਨਾਂ ਵਿੱਚ ਗੁਰੂਤਾਕਰਸ਼ਣ ਬਲ ਕਿਵੇਂ ਬਦਲਦਾ ਹੈ? ਉੱਤਰ ਦੂਰੀ ਅੱਧੀ ਕਰਨ 'ਤੇ ਗੁਰੂਤਾਕਰਸ਼ਣ ਬਲ 4 ਗੁਣਾ ਹੋ ਜਾਵੇਗਾ ਕਿਉਂਕਿ ਬਲ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਪ੍ਰਸ਼ਨ, ਸਾਰੀਆਂ ਵਸਤੂਆਂ 'ਤੇ ਗੁਰੂਤਾਕਰਸ਼ਣ ਬਲ ਉਹਨਾਂ ਦੇ ਪੁੰਜ ਦੇ ਅਨੁਪਾਤੀ ਹੁੰਦਾ ਹੈ, ਫਿਰ ਵੀ ਭਾਰੀ ਵਸਤੂ ਹਲਕੀ ਵਸਤੂ ਨਾਲੋਂ ਤੇਜ਼ ਗਤੀ ਨਾਲ ਹੇਠਾਂ ਨੂੰ ਨਹੀਂ ਡਿੱਗਦੀ, ਕਿਉਂ? ਉੱਤਰ ਕਿਉਂਕਿ ਹੇਠਾਂ ਵੱਲ ਡਿੱਗ ਰਹੀ ਵਸਤੂ ਦਾ ਗੁਰੂਤਾ ਪ੍ਰਵੇਗ ਪੁੰਜ 'ਤੇ ਨਿਰਭਰ ਨਹੀਂ ਕਰਦਾ। ਗੁਰੂਤਾ ਪ੍ਰਵੇਗ ਦੀ ਧਰਤੀ ਦੀ ਸਤਹ ਦੇ ਨੇੜੇ 9.8 ਮੀਟਰ ਪ੍ਰਤੀ ਸੈਕਿੰਡ ਦੀ ਸਕੇਅਰ ਹੀ ਹੁੰਦੀ ਹੈ। ਤਾਂ ਇਸ ਚੀਜ਼ ਨੂੰ ਬੱਚਿਓ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਠੀਕ ਹੈ। ਇਹਨੂੰ ਆਪਾਂ ਨੇ ਪੜ੍ਹਨਾ S ਦੀ ਪਾਵਰ 2, ਠੀਕ ਹੈ, S ਦੀ ਪਾਵਰ 2। ਪ੍ਰਸ਼ਨ, ਧਰਤੀ ਅਤੇ ਚੰਨ ਇੱਕ ਦੂਸਰੇ ਵੱਲ ਗੁਰੂਤਾ ਆਕਰਸ਼ਣ ਬਲ ਕਰਕੇ ਆਕਰਸ਼ਿਤ ਹੁੰਦੇ ਹਨ। ਕੀ ਧਰਤੀ ਜਿੰਨੇ ਬਲ ਨਾਲ ਚੰਨ ਨੂੰ ਆਕਰਸ਼ਿਤ ਕਰਦੀ ਹੈ, ਚੰਨ ਉਸੇ ਬਲ ਉਸ ਤੋਂ ਵੀ ਵੱਧ ਬਲ ਜਾਂ ਉਸ ਤੋਂ ਘੱਟ ਬਲ ਨਾਲ ਧਰਤੀ ਨੂੰ ਆਕਰਸ਼ਿਤ ਕਰਦਾ ਹੈ, ਕਿਉਂ? ਉੱਤਰ ਚੰਨ ਅਤੇ ਧਰਤੀ ਇੱਕ ਦੂਜੇ ਨੂੰ ਇੱਕੋ ਜਿਹੇ ਬਲ ਨਾਲ ਆਕਰਸ਼ਿਤ ਕਰਦੇ ਹਨ ਕਿਉਂਕਿ ਗੁਰੂਤਾ ਆਕਰਸ਼ਣ ਦੋਵਾਂ ਵਸਤੂਆਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧ ਅਨੁਪਾਤੀ ਹੁੰਦਾ ਹੈ। ਤਾਂ ਬੱਚਿਓ ਜਿਹੜਾ ਚੰਨ ਅਤੇ ਧਰਤੀ ਦੇ ਵਿਚਕਾਰ ਜਿਹੜਾ ਵੀ ਬਲ ਲੱਗਦਾ ਹੈ, ਠੀਕ ਹੈ, ਉਹ ਇੱਕੋ ਜਿਹਾ ਹੀ ਹੁੰਦਾ ਹੈ। ਪ੍ਰਸ਼ਨ ਨੰਬਰ 5, ਜੇਕਰ ਚੰਨ ਧਰਤੀ ਨੂੰ ਆਕਰਸ਼ਿਤ ਕਰਦਾ ਹੈ ਤਾਂ ਧਰਤੀ ਚੰਨ ਵੱਲ ਗਤੀ ਕਿਉਂ ਨਹੀਂ ਕਰਦੀ? ਠੀਕ ਹੈ। ਹੁਣ ਬੱਚਿਓ ਇਹ ਪੁੱਛਿਆ ਗਿਆ ਕਿ ਕਹਿੰਦੇ ਜੇ ਚੰਨ ਹੈ ਜਿਹੜਾ, ਇਹ ਮੰਨ ਲਓ ਚੰਨ ਹੈ, ਠੀਕ ਹੈ, ਇਹ ਧਰਤੀ ਹੈ ਅਤੇ ਚੰਨ ਧਰਤੀ ਨੂੰ ਆਕਰਸ਼ਿਤ ਕਰ ਰਿਹਾ ਆਪਣੇ ਵੱਲ ਇਸ ਤਰ੍ਹਾਂ, ਠੀਕ ਹੈ, ਤਾਂ ਧਰਤੀ ਇਸ ਵੱਲ ਕਿਉਂ ਨਹੀਂ ਜਾ ਰਹੀ? ਠੀਕ ਹੈ, ਇਹਦਾ ਆਪਾਂ ਉੱਤਰ ਦੇਖਾਂਗੇ। ਉੱਤਰ ਚੰਨ ਅਤੇ ਧਰਤੀ ਇੱਕ ਦੂਜੇ ਨੂੰ ਇੱਕੋ ਜਿਹੇ ਬਲ ਨਾਲ ਆਕਰਸ਼ਿਤ ਕਰਦੇ ਹਨ। ਧਰਤੀ ਚੰਨ ਵੱਲ ਗਤੀ ਇਸ ਲਈ ਨਹੀਂ ਕਰਦੀ ਕਿਉਂਕਿ ਧਰਤੀ ਦਾ ਪੁੰਜ ਵੱਧ ਹੋਣ ਕਰਕੇ, ਇੱਥੇ ਹੋਣ ਲਿਖਿਆ ਜਾਵੇਗਾ, ਠੀਕ ਹੈ, ਵੱਧ ਹੋਣ ਕਰਕੇ ਇਸ ਦਾ ਪ੍ਰਵੇਗ ਨਾ ਮਾਤਰ ਹੈ, A ਬਰਾਬਰ F/m। ਤਾਂ ਇਹਦਾ ਬੱਚੋ ਤੁਸੀਂ ਕੀ ਆਨਸਰ ਲੱਭਿਆ? ਇਹਦਾ ਆਨਸਰ ਹੈਗਾ ਧਰਤੀ ਦਾ ਪੁੰਜ ਵੱਧ ਹੋਣ ਕਰਕੇ ਇਸ ਦਾ ਪ੍ਰਵੇਗ ਨਾ ਮਾਤਰ ਹੈ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਪ੍ਰਸ਼ਨ ਨੰਬਰ 6, ਦੋ ਵਸਤੂਆਂ ਵਿਚਕਾਰ ਲੱਗਣ ਵਾਲਾ ਗੁਰੂਤਾਕਰਸ਼ਣ ਬਲ ਕਿਵੇਂ ਬਦਲਦਾ ਹੈ ਜਦੋਂ? 3 ਪ੍ਰਸ਼ਨ ਪੁੱਛੇ ਗਏ ਨੇ ਸਾਡੇ ਕੋਲ, ਊੜਾ ਆੜਾ ਈੜੀ, ਠੀਕ ਹੈ।
ਊੜਾ ਹੈਗਾ ਇੱਕ ਵਸਤੂ ਦਾ ਪੁੰਜ ਦੁੱਗਣਾ ਕਰ ਦਿੱਤਾ ਜਾਵੇ, ਵਸਤੂਆਂ ਵਿਚਕਾਰ ਦੂਰੀ ਦੁੱਗਣੀ ਅਤੇ ਤਿੱਗਣੀ ਕਰ ਦਿੱਤੀ ਜਾਵੇ। ਨੰਬਰ 3 ਦੋਨਾਂ ਵਸਤੂਆਂ ਦਾ ਪੁੰਜ ਦੁੱਗਣਾ ਕਰ ਦਿੱਤਾ ਜਾਵੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਉੱਤਰ ਦੇਖਦੇ ਹਾਂ ਕਿ ਦੋਨਾਂ ਵਿਚਕਾਰ ਜਿਹੜਾ ਗੁਰੂਤਾਕਰਸ਼ਣ ਆ ਉਹ ਕਿਵੇਂ ਬਦਲਦਾ ਹੈ। ਉੱਤਰ ਅਸੀਂ ਜਾਣਦੇ ਹਾਂ ਕਿ ਗੁਰੂਤਾਕਰਸ਼ਣ ਬਲ ਦਾ ਫਾਰਮੂਲਾ ਜਿਹੜਾ ਇਹ ਹੈ। ਠੀਕ ਹੈ, F ਬਰਾਬਰ Gm1 Gm2 ਬਟੇ R ਦੀ ਪਾਵਰ 2। ਠੀਕ ਹੈ, ਕਿਸ ਤਰ੍ਹਾਂ ਬਦਲੇਗਾ। ਸਭ ਤੋਂ ਪਹਿਲਾਂ ਆਪਾਂ ਨੰਬਰ 1 ਦਾ ਦੇਖਦੇ ਹਾਂ। ਊੜੇ ਦਾ ਇੱਕ ਵਸਤੂ ਦਾ ਪੁੰਜ ਦੁੱਗਣਾ ਕਰਨ 'ਤੇ ਬਲ ਵੀ ਦੁੱਗਣਾ ਹੋ ਜਾਵੇਗਾ। ਠੀਕ ਹੈ, ਹੁਣ ਆਪਾਂ ਦੇਖਾਂਗੇ ਆੜਾ ਪ੍ਰਸ਼ਨ ਦਾ ਉੱਤਰ। ਵਸਤੂਆਂ ਵਿਚਕਾਰ ਦੂਰੀ ਦੁੱਗਣੀ ਕਰਨ 'ਤੇ ਬਲ ਚੌਥਾ ਹਿੱਸਾ ਅਤੇ ਦੂਰੀ ਤਿੱਗਣੀ ਕਰਨ 'ਤੇ ਬਲ 9ਵਾਂ ਹਿੱਸਾ ਰਹਿ ਜਾਵੇਗਾ। ਨੰਬਰ 3 ਦੋਨਾਂ ਵਸਤੂਆਂ ਦਾ ਪੁੰਜ ਦੁੱਗਣਾ ਕਰਨ 'ਤੇ ਬਲ 4 ਗੁਣਾ ਹੋ ਜਾਵੇਗਾ। ਪ੍ਰਸ਼ਨ ਨੰਬਰ 7 ਸਰਬ ਵਿਆਪੀ ਗੁਰੂਤਾਕਰਸ਼ਣ ਦੇ ਨਿਯਮ ਦਾ ਕੀ ਮਹੱਤਵ ਹੈ। ਉੱਤਰ ਸਰਬ ਵਿਆਪੀ ਗੁਰੂਤਾਕਰਸ਼ਣ ਦਾ ਨਿਯਮ ਹੇਠ ਲਿਖਿਆਂ ਦੀ ਵਿਆਖਿਆ ਕਰਦਾ ਹੈ। ਨੰਬਰ 1 ਧਰਤੀ ਦੀ ਸੂਰਜ ਦੁਆਲੇ ਗਤੀ। ਨੰਬਰ 2 ਚੰਨ ਦੀ ਧਰਤੀ ਦੁਆਲੇ ਗਤੀ। ਨੰਬਰ 3 ਸਾਡਾ ਧਰਤੀ ਵੱਲ ਖਿੱਚੇ ਰਹਿਣਾ। ਨੰਬਰ 4 ਚੰਨ ਦੇ ਖਿੱਚ ਬਲ ਕਾਰਨ ਸਮੁੰਦਰ ਵਿੱਚ ਜਵਾਰ ਭਾਟਾ। ਪ੍ਰਸ਼ਨ ਨੰਬਰ 8 ਸੁਤੰਤਰ ਡਿੱਗਣ ਦਾ ਪ੍ਰਵੇਗ ਕੀ ਹੈ। ਉੱਤਰ ਧਰਤੀ ਵੱਲ ਸੁਤੰਤਰ ਡਿੱਗ ਰਹੀ ਵਸਤੂ ਦੇ ਪ੍ਰਵੇਗ ਨੂੰ ਗੁਰੂਤਾ ਪ੍ਰਵੇਗ ਕਹਿੰਦੇ ਹਨ। ਧਰਤੀ ਨੇੜੇ ਇਸ ਦੀ ਕੀਮਤ G ਬਰਾਬਰ 9.8 ਮੀਟਰ ਪਰ ਸੈਕਿੰਡ ਦੀ ਸਕੁਏਅਰ ਹੈ। ਪ੍ਰਸ਼ਨ ਨੰਬਰ 9 ਧਰਤੀ ਅਤੇ ਵਸਤੂ ਵਿਚਕਾਰ ਲੱਗਣ ਵਾਲੇ ਗੁਰੂਤਾਕਰਸ਼ਣ ਬਲ ਨੂੰ ਕੀ ਕਹਿੰਦੇ ਹਨ। ਉੱਤਰ ਹੈ ਵਸਤੂ ਦਾ ਭਾਰ। ਇਹ ਤੋਂ ਬਾਅਦ ਆਪਾਂ ਪ੍ਰਸ਼ਨ ਨੰਬਰ 10 ਵੱਲ ਚੱਲਦੇ ਹਾਂ। ਅਮਿਤ ਆਪਣੇ ਮਿੱਤਰ ਦੇ ਨਿਰਦੇਸ਼ ਨਾਲ ਧਰੁਵਾਂ 'ਤੇ ਕੁਝ ਗ੍ਰਾਮ ਸੋਨਾ ਖਰੀਦਦਾ ਹੈ। ਉਹੀ ਸੋਨਾ ਉਹ ਆਪਣੇ ਮਿੱਤਰ ਨੂੰ ਭੂ-ਮੱਧ ਰੇਖਾ ਤੋਂ ਜਾ ਕੇ ਪਕੜਾ ਦਿੰਦਾ ਹੈ। ਕਿ ਉਸ ਦਾ ਮਿੱਤਰ ਸੋਨੇ ਦੇ ਭਾਰ ਨਾਲ ਸਹਿਮਤ ਹੋਵੇਗਾ, ਜੇਕਰ ਨਹੀਂ ਤਾਂ ਕਿਉਂ। ਸੰਕੇਤ ਧਰੁਵਾਂ ਨਾਲੋਂ ਭੂ-ਮੱਧ ਰੇਖਾ 'ਤੇ G ਦਾ ਮਾਨ ਘੱਟ ਹੁੰਦਾ ਹੈ। ਉੱਤਰ ਕਿਸੇ ਵਸਤੂ ਦਾ ਭਾਰ ਮਤਲਬ weight ਬਰਾਬਰ mg ਹੁੰਦਾ ਹੈ। ਧਰੁਵਾਂ ਨਾਲੋਂ ਭੂ-ਮੱਧ ਰੇਖਾ 'ਤੇ G ਦਾ ਮਾਨ ਘੱਟ ਹੋਣ ਕਰਕੇ ਧਰੁਵਾਂ 'ਤੇ ਖਰੀਦੇ ਸੋਨੇ ਦਾ ਭਾਰ ਭੂ-ਮੱਧ ਰੇਖਾ ਤੋਂ ਘੱਟ ਹੋਵੇਗਾ। ਇਸ ਲਈ ਅਮਿਤ ਦਾ ਮਿੱਤਰ ਸੋਨੇ ਦੇ ਭਾਰ ਨਾਲ ਸਹਿਮਤ ਨਹੀਂ ਹੋਵੇਗਾ। ਠੀਕ ਹੈ। ਪ੍ਰਸ਼ਨ ਨੰਬਰ 11 ਇੱਕ ਕਾਗਜ਼ ਦੀ ਸ਼ੀਟ ਉਨੇ ਹੀ ਕਾਗਜ਼ ਨੂੰ ਮਰੋੜ ਕੇ ਬਣਾਈ ਗੇਂਦ ਨਾਲੋਂ ਹੌਲੀ ਕਿਉਂ ਡਿੱਗਦੀ ਹੈ। ਉੱਤਰ ਖੇਤਰਫਲ ਵੱਧ ਹੋਣ ਕਰਕੇ ਕਾਗਜ਼ ਦੀ ਸ਼ੀਟ ਤੋਂ ਹਵਾ ਦਾ ਉਛਾਲ ਬਲ ਵੱਧ ਹੋਵੇਗਾ, ਜਿਸ ਕਰਕੇ ਕਾਗਜ਼ ਦੀ ਸ਼ੀਟ ਉਨੇ ਹੀ ਕਾਗਜ਼ ਨੂੰ ਮਰੋੜ ਕੇ ਬਣਾਈ ਗਈ ਗੇਂਦ ਨਾਲੋਂ ਹੌਲੀ ਡਿੱਗਦੀ ਹੈ। ਪ੍ਰਸ਼ਨ ਨੰਬਰ 12 ਚੰਨ ਦੀ ਸਤਹਿ 'ਤੇ ਗੁਰੂਤਾਕਰਸ਼ਣ ਬਲ ਧਰਤੀ ਦੀ ਸਤਹਿ 'ਤੇ ਗੁਰੂਤਾਕਰਸ਼ਣ ਬਲ ਆਕਰਸ਼ਣ ਬਲ ਦੀ ਤੁਲਨਾ ਵਿੱਚ 1/6 ਗੁਣਾ ਹੈ। 10 kg ਪੁੰਜ ਵਾਲੀ ਵਸਤੂ ਦਾ ਚੰਨ ਅਤੇ ਧਰਤੀ 'ਤੇ ਨਿਊਟਨ ਵਿੱਚ ਭਾਰ ਕਿੰਨਾ ਹੋਵੇਗਾ। ਉੱਤਰ ਧਰਤੀ ਦੀ ਸਤਹਿ 'ਤੇ ਭਾਰ W ਬਰਾਬਰ mg 10 ਗੁਣਾ 9.8 ਬਰਾਬਰ 98 N। ਠੀਕ ਹੈ, 98 N ਮਤਲਬ 98 ਨਿਊਟਨ। ਠੀਕ ਹੈ, ਇਸ ਤੋਂ ਬਾਅਦ ਚੰਨ ਦੀ ਸਤਹਿ 'ਤੇ ਭਾਰ 1/6 ਗੁਣਾ ਧਰਤੀ ਦੀ ਸਤਹਿ 'ਤੇ ਭਾਰ 1/6 ਗੁਣਾ 98 ਬਰਾਬਰ 16.3 ਨਿਊਟਨ। ਠੀਕ ਹੈ, ਤਾਂ ਇਹਦਾ ਭਾਰ ਕਿੰਨਾ ਹੋਵੇਗਾ 16.3 ਨਿਊਟਨ। ਪ੍ਰਸ਼ਨ ਨੰਬਰ 19 ਕਿਸੇ ਦਰਵ ਵਿੱਚ ਡੁੱਬੀ ਹੋਈ ਵਸਤੂ ਦੇ ਉਛਾਲ ਬਲ ਕਿਸ ਦਿਸ਼ਾ ਵਿੱਚ ਪ੍ਰਕਿਰਿਆ ਕਰਦਾ ਹੈ। ਉੱਪਰ ਵੱਲ ਨੂੰ। ਠੀਕ ਹੈ। ਪ੍ਰਸ਼ਨ ਨੰਬਰ 20 ਇੱਕ ਪਲਾਸਟਿਕ ਦਾ ਟੁਕੜਾ ਪਾਣੀ ਵਿੱਚ ਛੱਡ ਦਿੱਤੇ ਜਾਣ ਤੋਂ ਬਾਅਦ ਪਾਣੀ ਦੀ ਸਤਹਿ 'ਤੇ ਕਿਉਂ ਆ ਜਾਂਦਾ ਹੈ। ਉੱਤਰ ਕਿਉਂਕਿ ਪਲਾਸਟਿਕ ਦੀ ਘਣਤਾ ਪਾਣੀ ਨਾਲੋਂ ਘੱਟ ਹੋਣ ਕਰਕੇ ਉਛਾਲ ਬਲ ਗੁਰੂਤਾ ਬਲ ਤੋਂ ਵੱਧ ਹੁੰਦਾ ਹੈ। ਤਾਂ ਬੱਚਿਓ ਇਹ ਜਿਹੜਾ ਲੈਸਨ ਹੈ ਸਾਡਾ ਕੰਪਲੀਟ ਹੋ ਚੁੱਕਿਆ ਹੈ ਅਤੇ ਸਾਰੇ ਲੈਸਨ ਤੁਸੀਂ ਪਲੇਲਿਸਟ ਵਿੱਚ ਦੇਖ ਸਕਦੇ ਹੋ। ਧੰਨਵਾਦ।